ਕਿਹੜੀ ਏਜੰਸੀ ਸੀ ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹੈਲੀਕਾਪਟਰ ਦੇ ਨਾਲ ਅਗਵਾ ਕਰਨ ਦੀ ਵਿਉਂਤ ਕੜੀ ਸੀ। ਪਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਏਜੰਸੀਆਂ ਨੂੰ ਇਹ ਕਰਨ ਤੋਂ ਮਨਾ ਕਰਤਾ। ਪਰ ਫਿਰ ਹੋਂਦ ਦੇ ਵਿੱਚ ਆਈ ਰॉ, ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗੁਰੂ ਨਾਨਕ ਨਿਵਾਸ ਤੋਂ ਅਗਵਾ ਕਰਨ ਦੀ ਪੂਰੀ ਪਲੈਨਿੰਗ ਤਿਆਰ ਕੀਤੀ ਸੀ। ਪਰ ਜਦੋਂ ਇਹ ਪੂਰਾ ਪਲਾਨ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੱਸਿਆ ਗਿਆ ਤਾਂ ਇੰਦਰਾ ਗਾਂਧੀ ਦਾ ਪਹਿਲਾ ਸਵਾਲ ਸੀ ਕਿ ਇਸ ਸਭ ਦੇ ਵਿੱਚ ਕੀ ਕੁਝ ਨੁਕਸਾਨ ਹੋਵੇਗਾ। ਪਰ ਇਸ ਸਵਾਲ ਦਾ ਜਵਾਬ ਕਿਸੇ ਦੇ ਕੋਲ ਵੀ ਨਹੀਂ ਸੀ। ਅੰਮ੍ਰਿਤਪਾਲ ਏਜੰਸੀਆਂ ਦਾ ਬੰਦਾ। ਅੰਮ੍ਰਿਤਪਾਲ ਨੂੰ ਏਜੰਸੀਆਂ ਨੇ ਭੇਜਿਆ, ਪਰ ਉਹ ਏਜੰਸੀਆਂ ਹੁੰਦੀਆਂ ਕੀ ਨੇ? ਭਾਰਤ ਦੇ ਵਿੱਚ ਕੁੱਲ ਕਿੰਨੀਆਂ ਏਜੰਸੀਆਂ ਨੇ ਤੇ ਉਹ ਕਿਹੜੀ ਏਜੰਸੀ ਸੀ ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹੈਲੀਕਾਪਟਰ ਦੇ ਨਾਲ ਅਗਵਾ ਕਰਨ ਦੀ ਵਿਉਂਤ ਕੜੀ ਸੀ? ਪਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਏਜੰਸੀਆਂ ਨੂੰ ਇਹ ਕਰਨ ਤੋਂ ਮਨਾ ਕਰਤਾ ਸੀ। ਉਹ ਵਿਉਂਤ ਕੀ ਸੀ ਤੇ ਕਿਹੜੀ ਏਜੰਸੀ ਨੇ ਉਹ ਵਿਉਂਤ ਕੜੀ ਸੀ, ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਸੈਂਟਰ ਦੀਆਂ ਕੁਝ ਏਜੰਸੀਆਂ ਦੇ ਨਾਂ ਗਿਣਵਾ ਦਿੰਦਾ। ਰਿਸਰਚ ਐਂਡ ਐਨਾਲਿਸਿਸ ਵਿੰਗ ਰॉ, ਇੰਟੈਲੀਜੈਂਸ ਬਿਊਰੋ IB, नेशनल इन्वेस्टिगेशन एजेंसी NIA, वाइल्ड लाइफ क्राइम कंट्रोल ब्यूरो WCCB, नेशनल टेक्निकल रिसर्च ऑर्गेनाइजेशन यानी कि NTRO, सीरियस फ्रॉड इन्वेस्टिगेशन ऑफिस SFIO, डिफेंस इंटेलिजेंस एजेंसी DIA, नारकोटिक्स कंट्रोल ब्यूरो NCB, सेंट्रल बोर्ड ऑफ इनडायरेक्ट टैक्सेस एंड कस्टम्स CBIC, सेंट्रल ब्यूरो ऑफ इन्वेस्टिगेशन CBI, कंप्यूटर एमरजेंसी रिस्पॉन्स टीम CERT, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ NCRB। ਇਹ ਏਜੰਸੀਆਂ ਦੇ ਨਾਮ ਹਨ, ਪਰ ਅੱਜ ਮੁੱਖ ਤੌਰ ਤੇ ਅਸੀਂ ਰॉ ਤੇ IB ਦੇ ਬਾਰੇ ਗੱਲ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦੇਣਾ ਜ਼ਰੂਰੀ ਹੈ ਕਿ ਰॉ ਹੀ ਉਹ ਏਜੰਸੀ ਸੀ ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗੁਰੂ ਨਾਨਕ ਨਿਵਾਸ ਤੋਂ ਹੈਲੀਬੋਰਨ ਕਮਾਂਡੋਜ਼ ਦੀ ਮਦਦ ਦੇ ਨਾਲ ਅਗਵਾ ਕਰਨਾ ਸੀ। ਹੈਲੀਬੋਰਨ ਕਮਾਂਡੋਜ਼ ਦਾ ਮਤਲਬ ਹੁੰਦਾ ਉਹ ਕਮਾਂਡੋਜ਼ ਜੋ ਗੁਰੂ ਨਾਨਕ ਨਿਵਾਸ ਤੇ ਹੈਲੀਕਾਪਟਰ ਦੀ ਮਦਦ ਦੇ ਨਾਲ ਉਤਰਦੇ ਤੇ ਪੂਰੀ ਤਿਆਰੀ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਉੱਥੋਂ ਆਪਣੇ ਨਾਲ ਲੈ ਆਉਂਦੇ। ਰॉ ਤੇ IB ਦੇ ਵਿੱਚ ਫਰਕ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਰॉ ਯਾਨੀ ਕਿ ਰਿਸਰਚ ਐਨਾਲਿਸਿਸ ਵਿੰਗ ਨੂੰ ਐਕਸਟਰਨਲ ਇੰਟੈਲੀਜੈਂਸ ਏਜੰਸੀ ਕਿਹਾ ਜਾਂਦਾ ਹੈ। ਮੁੱਖ ਤੌਰ ਤੇ ਇਹ ਏਜੰਸੀ ਵਿਦੇਸ਼ਾਂ ਦੇ ਵਿੱਚ ਕੀ ਚੱਲਦਾ ਪਿਆ, ਭਾਰਤ 'ਚੋਂ ਬਾਹਰ ਬੈਠੇ ਅੱਤਵਾਦੀ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜਦੇ ਪਏ ਨੇ, ਉਹ ਜਾਣਕਾਰੀ ਇਕੱਠੀ ਕਰਨੀ ਅਤੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਤਿਆਰ ਹੋਣੀਆਂ ਚਾਹੀਦੀਆਂ ਨੇ ਉਸ ਮੁਤਲਕ ਸਲਾਹ ਦੇਣੀ। ਇਹਨਾਂ तमाम ਚੀਜ਼ਾਂ ਦੇ ਉੱਤੇ ਰॉ ਜਾਂ ਕਹਿ ਲਓ ਰਿਸਰਚ ਐਨਾਲਿਸਿਸ ਵਿੰਗ ਦੀ ਨਜ਼ਰ ਹੁੰਦੀ ਹੈ। ਪਰ IB ਜਾਂ ਕਹਿ ਲਓ ਇੰਟੈਲੀਜੈਂਸ ਬਿਊਰੋ ਦੇਸ਼ ਦੇ ਅੰਦਰ ਕੀ ਗਤੀਵਿਧੀਆਂ ਚੱਲ ਰਹੀਆਂ ਨੇ, ਕੋਈ ਦੇਸ਼ ਦੇ ਵਿੱਚ ਬੈਠ ਕੇ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਘੜ ਰਿਹਾ, ਉਸ ਚੀਜ਼ ਤੇ ਨਜ਼ਰ ਰੱਖਦੀ ਹੈ। IB यानी कि इंटैलीजेंस ब्यूरो ਨੂੰ ਭਾਰਤ ਦੀ ਸਭ ਤੋਂ ਪੁਰਾਣੀ ਏਜੰਸੀ ਮੰਨਿਆ ਜਾਂਦਾ ਹੈ। IB ਹੋਮ ਮਿਨਿਸਟਰੀ ਨੂੰ ਰਿਪੋਰਟ ਕਰਦੀ ਹੈ, ਮਤਲਬ IB ਹੋਮ ਮਿਨਿਸਟਰੀ ਦੇ ਕੰਟਰੋਲ 'ਚ ਹੁੰਦੀ ਹੈ। IB ਦੇ ਵਿੱਚ ਕੰਮ ਕਰਨ ਵਾਲੇ ਅਫਸਰ ਜ਼ਿਆਦਾਤਰ ਇੰਡੀਅਨ ਪੁਲਿਸ ਸਰਵਿਸਿਜ਼, ਇੰਡੀਅਨ ਰੈਵਨਿਊ ਸਰਵਿਸਿਜ਼ ਅਤੇ ਮਿਲਟਰੀ ਦੇ ਵਿੱਚੋਂ ਹੁੰਦੇ ਨੇ। ਮੈਂ ਤੁਹਾਨੂੰ ਦੱਸਿਆ ਕਿ IB ਸਭ ਤੋਂ ਪੁਰਾਣੀ ਏਜੰਸੀ ਹੈ ਕਿਉਂਕਿ IB 1887 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਉਸ ਵਕਤ IB ਨੂੰ ਸੈਂਟਰਲ ਸਪੈਸ਼ਲ ਬ੍ਰਾਂਚ ਦਾ ਨਾਂ ਦਿੱਤਾ ਗਿਆ ਸੀ। ਇਹ ਉਸ ਵਕਤ ਤਿਆਰ ਕੀਤੀ ਗਈ ਸੀ ਜਿਸ ਵਕਤ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ, ਜਿਸ ਵਕਤ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਗਤੀਵਿਧੀਆਂ ਤੇਜ਼ ਹੋ ਰਹੀਆਂ ਸਨ। ਉਸ ਵਕਤ 1909 ਦੇ ਵਿੱਚ IB ਦਾ ਇੰਡੀਅਨ ਪੋਲੀਟੀਕਲ ਇੰਟੈਲੀਜੈਂਸ ਆਫਿਸ ਇੰਗਲੈਂਡ ਦੇ ਵਿੱਚ ਤਿਆਰ ਕੀਤਾ ਗਿਆ ਸੀ। 1921 ਦੇ ਵਿੱਚ ਇਸ ਏਜੰਸੀ ਨੂੰ ਇੰਡੀਅਨ ਪੋਲੀਟੀਕਲ ਏਜੰਸੀ यानी कि IPI ਕਿਹਾ ਜਾਂਦਾ ਸੀ, ਜਾਂ ਕਹਿ ਲਓ ਕਿ ਇੰਡੀਅਨ ਪੋਲੀਟੀਕਲ ਇੰਟੈਲੀਜੈਂਸ ਵੀ ਕਿਹਾ ਜਾਂਦਾ ਸੀ। 1947 ਦੇ ਵਿੱਚ ਇਸ ਦਾ ਨਾਮ ਇੰਡੀਅਨ ਪੋਲੀਟੀਕਲ ਇੰਟੈਲੀਜੈਂਸ ਤੋਂ ਬਦਲ ਕੇ ਇੰਟੈਲੀਜੈਂਸ ਬਿਊਰੋ ਰੱਖ ਦਿੱਤਾ ਗਿਆ। 1968 ਤੱਕ IB ਦਾ ਕੰਮ ਭਾਰਤ ਦੇ ਅੰਦਰ ਤੇ ਭਾਰਤ ਦੇ ਬਾਹਰ ਦੀਆਂ तमाम ਜਾਣਕਾਰੀਆਂ ਇਕੱਠੀਆਂ ਕਰਨਾ ਹੁੰਦਾ ਸੀ। ਪਰ ਫਿਰ ਹੋਂਦ ਦੇ ਵਿੱਚ ਆਈ ਰॉ, ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗੁਰੂ ਨਾਨਕ ਨਿਵਾਸ ਤੋਂ ਅਗਵਾ ਕਰਨ ਦੀ ਪੂਰੀ ਪਲੈਨਿੰਗ ਤਿਆਰ ਕੀਤੀ ਸੀ। ਇਸ ਆਪਰੇਸ਼ਨ ਨੂੰ ਨਾਮ ਦਿੱਤਾ ਗਿਆ ਸੀ ਸਨ ਡਾਊਨ ਅਤੇ ਇਸ ਆਪਰੇਸ਼ਨ ਤਹਿਤ ਸਨੈਚ ਐਂਡ ਗ੍ਰੈਬ ਦੀ ਟੈਕਨੀਕ ਨੂੰ ਵਰਤਿਆ ਜਾਣਾ ਸੀ। ਚਿੱਟੇ ਰੰਗ ਦੀ ਅੰਬੈਸਡਰ ਗੱਡੀ ਇੱਕ ਸਫਦਰਜੰਗ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਵਾਸ ਤੇ ਪਹੁੰਚਦੀ ਹੈ। ਉਸ ਚਿੱਟੀ ਅੰਬੈਸਡਰ ਦੇ ਵਿੱਚ ਸਵਾਰ ਸੀ DGS यानी कि डायरेक्टर जनरल सिक्योरिटी।
ਡੀਜੀਐਸ ਨੂੰ ਰॉ ਦੇ ਵਿੱਚ ਇੱਕ ਅਹਿਮ ਅਫਸਰ ਮੰਨਿਆ ਜਾਂਦਾ ਹੈ। ਡੀਜੀਐਸ ਦੇ ਕੰਟਰੋਲ ਦੇ ਵਿੱਚ ਐਸਐਫਐਫ ਯਾਨੀ ਕਿ ਸਪੈਸ਼ਲ ਫਰੰਟੀਅਰ ਫੋਰਸ ਅਤੇ ਐਸਐਸਬੀ ਸਪੈਸ਼ਲ ਸਰਵਿਸਿਜ਼ ਬਿਊਰੋ ਹੁੰਦੀ ਹੈ। ਡੀਜੀਐਸ ਉਸ ਕਮਰੇ 'ਚ ਪਹੁੰਚਦਾ ਹੈ ਜਿਸ ਕਮਰੇ ਦੇ ਵਿੱਚ ਇੰਦਰਾ ਗਾਂਧੀ ਦੇ ਨਾਲ ਰॉ ਨੂੰ ਜਨਮ ਦੇਣ ਵਾਲਾ ਰਾਮੇਸ਼ਵਰ ਨਾਥ ਕਾਊ ਬੈਠਾ ਹੁੰਦਾ ਹੈ। ਰਾਮੇਸ਼ਵਰ ਨਾਥ ਕਾਊ ਇਹ ਉਹੀ ਸ਼ਖਸ ਸੀ ਜਿਸ ਨੇ ਬਾਹਿਨੀ ਗੋਰੀਲਾਸ ਤਿਆਰ ਕੀਤੇ ਸੀ ਅਤੇ ਫਿਰ ਉਹਨਾਂ ਨੂੰ 1971 ਦੀ ਬੰਗਲਾਦੇਸ਼ ਜੰਗ ਦੇ ਵਿੱਚ ਵਰਤਿਆ ਗਿਆ ਸੀ। ਪਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਾਊ ਨੂੰ ਆਪਣਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੰਨ ਲਿਆ ਸੀ। ਖਾਸ ਤੌਰ ਤੇ ਜਿਸ ਗੱਲ ਨੂੰ ਸਮਝਣਾ ਜ਼ਰੂਰੀ ਆ ਉਹ ਇਹ ਵੀ ਹੈ ਕਿ ਰਾਮੇਸ਼ਵਰ ਨਾਥ ਕਾਊ ਪੰਜਾਬ ਨੂੰ ਬਹੁਤ ਨੇੜਿਓਂ ਆਬਜ਼ਰਵ ਕਰ ਰਿਹਾ ਸੀ। ਡੀਜੀਐਸ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪੂਰਾ ਪਲਾਨ ਸਮਝਾਉਣਾ ਸ਼ੁਰੂ ਕੀਤਾ। ਇਸ ਆਪਰੇਸ਼ਨ ਦਾ ਨਾਮ ਸਨਡਾਊਨ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਇਸ ਆਪਰੇਸ਼ਨ ਦੀ ਕਾਰਵਾਈ ਨੂੰ ਰਾਤ ਦੇ ਵਕਤ ਅੰਜਾਮ ਦੇਣਾ ਸੀ। ਕੁਝ ਹਫ਼ਤਿਆਂ ਤੱਕ ਪੱਤਰਕਾਰਾਂ ਵੱਲੋਂ ਤੇ ਸਪੈਸ਼ਲ ਗਰੁੱਪ ਦੇ ਅਧਿਕਾਰੀਆਂ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੀ ਰੇਕੀ ਕੀਤੀ ਗਈ। ਕੁਝ ਹਫ਼ਤਿਆਂ ਤੱਕ 200 ਦੇ ਨਜ਼ਦੀਕ ਕਮਾਂਡੋਜ਼ ਨੂੰ ਉੱਤਰ ਪ੍ਰਦੇਸ਼ ਦੇ ਨਜ਼ਦੀਕ ਸਰਸਾਵਾ ਦੇ ਵਿੱਚ ਟ੍ਰੇਨਿੰਗ ਦਿੱਤੀ ਗਈ। 2 MI ਹੈਲੀਕਾਪਟਰਸ ਦੇ ਵਿੱਚੋਂ ਰੱਸੀਆਂ ਦੀ ਮਦਦ ਦੇ ਨਾਲ ਕਮਾਂਡੋਜ਼ ਨੇ ਉਤਰਨਾ ਸੀ ਤੇ ਫਿਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹਿਰਾਸਤ 'ਚ ਲੈ ਕੇ ਬਖਤਰਬੰਦ ਗੱਡੀ ਦੇ ਵਿੱਚ ਬਿਠਾ ਕੇ ਲੈ ਆਉਣਾ ਸੀ। ਪਰ ਜਦੋਂ ਇਹ ਪੂਰਾ ਪਲਾਨ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੱਸਿਆ ਗਿਆ ਤਾਂ ਇੰਦਰਾ ਗਾਂਧੀ ਦਾ ਪਹਿਲਾ ਸਵਾਲ ਸੀ ਕਿ ਇਸ ਸਭ ਦੇ ਵਿੱਚ ਕੀ ਕੁਝ ਨੁਕਸਾਨ ਹੋਵੇਗਾ। ਅੱਗੋਂ ਦੀ ਜਵਾਬ ਆਇਆ, ਹੋ ਸਕਦਾ ਹੈ 20% ਕਮਾਂਡੋ ਮਾਰੇ ਜਾਣ ਤੇ ਦੋਵੇਂ ਹੈਲੀਕਾਪਟਰ ਵੀ ਤਬਾਹ ਹੋ ਜਾਣ। ਪਲਟ ਕੇ ਫਿਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੁੱਛਿਆ ਕਿ ਜੋ ਉੱਥੇ ਆਮ ਲੋਕ ਹੋਣਗੇ ਉਹਨਾਂ 'ਚੋਂ ਕਿੰਨੇ ਲੋਕ ਮਾਰੇ ਜਾਣਗੇ, ਪਰ ਇਸ ਸਵਾਲ ਦਾ ਜਵਾਬ ਕਿਸੇ ਦੇ ਕੋਲ ਵੀ ਨਹੀਂ ਸੀ। ਇਸ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਨੇ ਇਸ ਪਲਾਨ ਨੂੰ ਐਗਜ਼ੀਕਿਊਟ ਕਰਨ ਤੋਂ ਮਨਾ ਕਰਤਾ। ਰॉ ਰਿਸਰਚ ਐਨਾਲਿਸਿਸ ਵਿੰਗ ਦੀ ਜ਼ਰੂਰਤ ਉਸ ਵੇਲੇ ਮਹਿਸੂਸ ਹੋਈ ਜਦੋਂ 1962 ਤੇ 1965 ਦੀ ਜੰਗ ਦੇ ਵਿੱਚ ਭਾਰਤ ਨੂੰ ਇੰਟੈਲੀਜੈਂਸ ਨਾ ਹੋਣ ਦੇ ਖਮਿਆਜ਼ੇ ਭੁਗਤਣੇ ਪਏ ਸੀ। 1970 ਤੇ 1990 ਦੇ ਵਿੱਚ ਰॉ ਦੇ ਨਾਲ ਰੇਡੀਓ ਰਿਸਰਚ ਸੈਂਟਰ ਐਂਡ ਦ ਇਲੈਕਟ੍ਰੋਨਿਕਸ ਟੈਕ ਸਰਵਿਸਿਜ਼ ਵੀ ਜੋੜ ਦਿੱਤੀਆਂ ਗਈਆਂ। ਰॉ ਇੱਕ ਅਜਿਹੀ ਏਜੰਸੀ ਹੈ ਜਿਸ ਦੇ ਵਿੱਚ ਅਫਰੀਕੀ ਅਫਸਰ ਵੀ ਕੰਮ ਕਰਦੇ ਨੇ।